हाँ जी स्टूडेंट्स, अज असी इनकलूसिव स्कूल वाले पेपर का फस्ट टॉपिक समावेशी सिक्ख्या ते अर्थ ते परिभाषा करांगे। रिविजन करांगे असी टॉपिक दी पेपरां दे पॉइंट ऑफ व्यू नाल। सब तो पहला समावेशी सिक्ख्या की हुंदी है, पहला इसदी इंट्रोडक्शन देख लैंदे असी। बेदखली ਅਤੇ ਵਿਤਕਰੇ ਦੇ ਕਈ ਰੂਪ ਹਨ। ਇਹ ਸਮਾਜ ਦੀ ਮੁੱਢਲੀ ਅਵਸਥਾ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਮਾਤਾ ਪਿਤਾ ਇੱਕ ਸਧਾਰਨ ਤੇ ਇੱਕ ਅੰਗਹੀਣ ਬੱਚੇ ਦੇ ਪ੍ਰਤੀ ਪ੍ਰਤੀਕਿਰਿਆ ਦੇ ਵਿਹਾਰ ਭਿੰਨ ਹੁੰਦਾ ਹੈ। ਮਾਤਾ ਪਿਤਾ ਨੇ ਜਿਹੜੇ ਉਹ ਅੰਗਹੀਣ ਬੱਚੇ ਪ੍ਰਤੀ ਸਧਾਰਨ ਬੱਚਿਆਂ ਦੇ ਮੁਕਾਬਲੇ ਆਪਣਾ ਵਿਵਹਾਰ ਆ ਜਿਹੜਾ ਉਹ ਭਿੰਨ ਰੱਖਦੇ ਨੇ, ਅਲੱਗ ਰੱਖਦੇ ਨੇ। ਇਹ ਸਮਾਜ ਦੇ ਵਿੱਚ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ। ਇਹਨਾਂ ਦੋਵਾਂ ਬੱਚਿਆਂ ਦੇ ਪ੍ਰਤੀ ਉਹਨਾਂ ਦੀਆਂ ਉਮੀਦਾਂ ਵਿੱਚ ਵੀ ਅੰਤਰ ਆ ਜਾਂਦਾ ਹੈ, ਕਿਉਂਕਿ ਅਸੀਂ ਆਮ ਨਾਰਮਲ ਸੋਚ ਲੈਂਦੇ ਹਾਂ ਕਿ ਜਿਹੜਾ ਬੱਚਾ ਅੰਗਹੀਣ ਆ ਜਾਂ ਡਿਸਏਬਲ ਆ ਉਸ ਦਾ ਭਵਿੱਖ ਕੁਝ ਹੋਰ ਸੋਚਦੇ ਹਾਂ ਅਸੀਂ, ਤੇ ਜਿਹੜਾ ਸਧਾਰਨ ਬੱਚਾ ਹੈ, ਨਾਰਮਲ ਬੱਚਾ ਹੈ, ਉਸ ਦਾ ਭਵਿੱਖ ਪੇਰੈਂਟਸ ਦੇ ਤੌਰ 'ਤੇ ਅਸੀਂ ਹੋਰ ਸੋਚ ਲੈਂਦੇ ਹਾਂ। ਉਹ ਅੰਗਹੀਣ ਬੱਚੇ ਪ੍ਰਤੀ ਸਮਰਥਨ ਉਤਸ਼ਾਹ ਦੀ ਥਾਂ ਦਇਆ ਤੇ ਹਮਦਰਦੀ ਦੀ ਭਾਵਨਾ ਰੱਖਦੇ ਹਨ। ਉਹ ਸਹਾਇਤਾ ਤਾਂ ਕਰਦੇ ਹਨ, ਪਰ ਉਸ ਦੀਆਂ ਲੋੜਾਂ ਨੂੰ ਸਮਝਦੇ ਹੋਏ ਵੀ ਉਸ ਨੂੰ ਆਤਮ ਨਿਰਭਰ ਤੇ ਆਤਮ ਵਿਸ਼ਵਾਸੀ ਬਣਨ ਦੇ ਮੌਕੇ ਨਹੀਂ ਦਿੰਦੇ। ਉਹ ਆਪਣੇ ਤੇ ਡਿਪੈਂਡ ਰੱਖਦੇ ਨੇ ਬੱਚੇ ਨੂੰ। ਉਹ ਨਹੀਂ ਚਾਹੁੰਦੇ ਕਿ ਬੱਚਾ ਸੈਲਫ ਇੰਡੀਪੈਂਡੈਂਟ ਹੋਵੇ, ਕਿਉਂਕਿ ਉਹਨਾਂ ਨੂੰ ਇੱਕ ਡਰ ਹੁੰਦਾ ਕਿ ਇਹ ਡਿਸੇਬਲ ਆ ਔਰ ਇਹ ਜਿਹੜਾ ਸਾਡਾ ਬੱਚਾ ਇਹ ਸਾਡੇ 'ਤੇ ਹੀ ਡਿਪੈਂਡ ਰਹੇ। ਸਕੂਲ ਵਿੱਚ ਦਾਖਲ ਹੋਣ, ਸਿੱਖਿਆ ਪ੍ਰਾਪਤੀ ਅਤੇ ਕਿੱਤੇ ਦੀ ਚੋਣ ਕਰਨ ਸਮੇਂ, ਸਮਾਜ ਵਿੱਚ ਵਿਚਰਨ ਸਮੇਂ ਵੀ ਉਸ ਨੂੰ ਦੂਜਿਆਂ ਦੀ ਦੀਨਹੀਣ ਸਮਝੇ ਜਾਣ ਵਾਲੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਨ ਦੀ ਸੰਵੇਦਨਾ ਤੇ ਵਰਤਾਓ ਨੂੰ ਚੱਲਣਾ ਪੈਂਦਾ ਹੈ। ਇਹੀ ਕਾਰਨ ਆ ਕਿ CIEDC ਯੋਜਨਾ ਦੇ ਅੰਤਰਗਤ 100% ਆਰਥਿਕ ਸਹਾਇਤਾ, ਅਨੇਕ ਕਾਨੂੰਨਾਂ ਦੇ ਨਿਰਮਾਣ ਤੇ ਸੁਧਾਰ ਦੇ ਬਾਅਦ ਵੀ ਸਧਾਰਨ ਸਕੂਲਾਂ ਦੇ ਨਾਲ 1.2% ਤੋਂ ਜ਼ਿਆਦਾ ਅੰਗਹੀਣ ਬੱਚੇ ਨਹੀਂ ਜੁੜ ਪਾਏ। ਇਟ ਮੀਨਸ ਸਰਕਾਰ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਿਹੜੇ ਡਿਸੇਬਲ ਬੱਚੇ ਨੇ, ਜਿਹੜੇ ਉਹ ਮਾਪਿਆਂ ਦੇ ਜਿਹੜੇ ਨੇ ਸਹਾਰੇ 'ਤੇ ਰਹਿੰਦੇ ਨੇ, ਤਾਂ ਸਰਕਾਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਯੋਜਨਾਵਾਂ ਇਹਨਾਂ ਵਾਸਤੇ ਚਲਾਈਆਂ ਹੋਈਆਂ ਨੇ, ਉਹਨਾਂ ਲਈ ਇਹ ਬੱਚੇ ਅੱਗੇ ਨਹੀਂ ਆਉਂਦੇ, ਜਾਂ ਇਹ ਕਹਿ ਸਕਦੇ ਅਸੀਂ ਪੇਰੈਂਟਸ ਸਾਥ ਨਹੀਂ ਦਿੰਦੇ। ਫਿਰ ਅਸੀਂ ਦੇਖਦੇ ਹਾਂ, ਇਹ ਤਾਂ ਗੱਲ ਹੋ ਗਈ ਕਿ ਡਿਸੇਬਲ ਪਰਸਨਸ ਨੇ ਜਿਹੜੇ ਜਿਨ੍ਹਾਂ ਨੂੰ ਸਪੈਸ਼ਲ ਸਕੂਲਾਂ ਦੇ ਵਿੱਚ ਦਾਖਲ ਕਰਨ ਲਈ, ਸਮਾਵੇਸ਼ ਕਰਨ ਲਈ ਸਰਕਾਰ ਆ ਜਿਹੜੀ ਉਹ ਯੋਜਨਾਵਾਂ ਲੈ ਕੇ ਆਈ ਹੋਈ ਆ, ਪਰ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹ ਸਾਥ ਨਹੀਂ ਦੇ ਕੇ ਬੱਚਿਆਂ ਨੂੰ ਆਪਣੇ ਸਹਾਰੇ 'ਤੇ ਛੱਡ ਰਹੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਇਹ ਸਮਾਵੇਸ਼ੀ ਯੋਜਨਾ ਹੈ ਜਾਂ ਸਮਾਵੇਸ਼ ਕੀ ਹੁੰਦਾ ਹੈ, ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ। ਸਮਾਵੇਸ਼ੀ ਸਿੱਖਿਆ ਵਿਤਕਰੇ ਦਾ ਵਿਰੋਧੀ ਅਰਥ ਹੈ, ਜਿਸ ਦਾ ਅਰਥ ਬਾਹਰ ਰੱਖਣਾ, ਮਨਾ ਕਰਨਾ ਤੇ ਤਿਆਗ ਕਰਨਾ। ਬੇਦਖਲੀ ਤੇ ਵਿਤਕਰਾ ਸੁਭਾਅ ਤੋਂ ਹੀ ਨਕਾਰਾਤਮਕ ਤੇ ਮਨੁੱਖੀ ਮੁੱਲਾਂ ਦਾ ਵਿਰੋਧੀ ਹੀ ਕਾਰਨ ਹੈ ਕਿ ਵਿਕਲਾਂਗ ਸਿੱਖਿਆ ਦੇ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤੇ ਵਿਸ਼ੇਸ਼ ਸਹੂਲਤਾਂ ਤੋਂ ਉਹਨਾਂ ਨੂੰ ਲਾਭ ਪ੍ਰਾਪਤ ਨਹੀਂ ਹੋਇਆ, ਜਿਸ ਦੀ ਉਮੀਦ ਕੀਤੀ ਗਈ ਸੀ, ਕਿਉਂਕਿ ਸੰਵੇਗਾਤਮਕ, ਸਿਰਜਣਾਤਮਕ ਤੇ ਸਮਾਜਿਕ ਵਿਕਾਸ ਦੇ ਪੱਖੋਂ ਇਹ ਬਾਲਕ ਪਛੜੇ ਹੀ ਰਹੇ ਹਨ। ਇਸ ਲਈ ਸਮਾਵੇਸ਼ੀ ਸਿੱਖਿਆ ਸਾਰਿਆਂ ਨੂੰ ਸਾਥ ਲੈ ਕੇ ਉਹਨਾਂ ਦੀਆਂ ਵਿਅਕਤੀਗਤ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਲਕ ਦੇ ਬੌਧਿਕ, ਸੰਵੇਗਾਤਮਕ, ਸਿਰਜਣਾਤਮਕ ਵਿਕਾਸ ਦੇ ਨਾਲ ਨਾਲ ਸਿੱਖਣ ਸਿਖਾਉਣ ਅਤੇ ਯੋਜਨਾਵਾਂ ਦਾ ਇੱਕ ਅਲੌਕਿਕ ਯਤਨ ਹੈ, ਜਿਹੜਾ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ।
ਸਿੱਖਿਆ ਨਾਲ ਜੁੜੇ ਵਿਦਵਾਨਾਂ ਅਤੇ ਰਾਸ਼ਟਰ ਦੇ ਨਿਰਮਾਤਾਵਾਂ ਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਅਲੱਗ-ਅਲੱਗ ਅਤੇ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਵਿਦਿਆਰਥੀਆਂ ਦੀ ਇੱਕ ਵੱਖਰੀ ਸ਼੍ਰੇਣੀ ਦਾ ਨਿਰਮਾਣ ਕਰਦੀ ਹੈ। ਇਸ ਸੰਦੇਸ਼ ਕਾਰਨ ਇਹ ਬੱਚੇ ਸਧਾਰਨ ਸ਼੍ਰੇਣੀ ਦੇ ਬੱਚਿਆਂ ਦੇ ਨਾਲ ਠੀਕ ਨਹੀਂ ਬੈਠਦੇ ਅਤੇ ਉਹਨਾਂ ਨਾਲ ਸਮਾਯੋਜਿਤ ਨਹੀਂ ਕਰ ਸਕਦੇ। ਅਜਿਹੀ ਸਿੱਖਿਆ ਬੱਚਿਆਂ ਦੀ ਇੱਕ ਵੱਡੀ ਗਿਣਤੀ ਉੱਪਰ ਉਹਨਾਂ ਦੇ ਆਤਮ ਸਨਮਾਨ ਅਤੇ ਆਤਮ ਮੁਲਾਂਕਣ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਸਿੱਖਿਆ ਵਿੱਚ ਅਸਫਲਤਾ, ਮੁੜ ਜਮਾਤ ਵਿੱਚ ਦਾਖਲਾ ਲੈਣਾ ਅਤੇ ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆਂ ਆਤਮ ਹੱਤਿਆਵਾਂ ਆਦਿ ਸਿੱਖਿਆ ਪੱਧਰ ਦੇ ਸਖਤ ਤੇ ਸੰਵੇਦਨਹੀਣ ਹੋਣ ਦੇ ਸੰਕੇਤ ਹਨ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਿੱਖਿਆ ਹੈ, ਸਰਕਾਰ ਦੇ ਜੇ ਯਤਨ ਨਾ ਹੋਣ ਤਾਂ ਡਿਸੇਬਲ ਪਰਸਨਸ ਨੂੰ ਬਿਲਕੁਲ ਹੀ ਨਾ ਮਿਲੇ ਤੇ ਬਿਲਕੁਲ ਹੀ ਉਹ ਅਣਸਿੱਖਿਅਤ ਰਹਿ ਜਾਣਗੇ। ਜੇ ਅਸੀਂ ਆਲੇ ਦੁਆਲੇ ਦਾ ਵਾਤਾਵਰਨ ਦੇਖੀਏ ਤਾਂ ਕੀ ਆ, ਸਾਡੇ ਦੇਸ਼ ਦੇ ਵਿੱਚ ਸਿੱਖਿਆ ਜਨਸੰਖਿਆ ਦਾ ਪ੍ਰਸਾਰ ਬਹੁਤ ਹੋਇਆ, ਜਿਹਦੇ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਜਿਹੜੀਆਂ ਵਿਭਿੰਨਤਾਵਾਂ ਨੇ ਉਹਨਾਂ ਵਿੱਚ ਵੀ ਬਹੁਤ ਵਾਧਾ ਹੋਇਆ। ਵਿਭਿੰਨਤਾਵਾਂ ਕਿਹੜੀ ਤਰ੍ਹਾਂ ਦੀਆਂ? ਸਮਾਜਿਕ, ਆਰਥਿਕ ਪੱਧਰ ਅਤੇ ਬੌਧਿਕ, ਸੰਵੇਗਾਤਮਕ, ਸਰੀਰਕ, ਮਾਨਸਿਕ ਗੁਣਾਂ ਵਿੱਚ ਵਿਭਿੰਨਤਾਵਾਂ, ਮਾਤਾ ਪਿਤਾ ਦੀ ਸਿੱਖਿਆ ਤੇ ਵਪਾਰ ਸਥਾਨ, ਨਿਵਾਸ ਸਥਾਨ, ਭਾਸ਼ਾ, ਧਰਮ, ਸੰਸਕ੍ਰਿਤੀ ਦੀ ਵਿਭਿੰਨਤਾ। ਇਹਨਾਂ ਵਿਭਿੰਨਤਾਵਾਂ ਨੂੰ ਸਵੀਕਾਰ ਕਰਨਾ, ਇਕੱਠਾ ਕਰਨਾ, ਸੇਜ ਕੇ ਰੱਖਣਾ ਅਤੇ ਹਰੇਕ ਵਿਦਿਆਰਥੀ ਨੂੰ ਦੂਸਰੇ ਸਾਰੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੀਆਂ ਲੋੜਾਂ ਅਨੁਸਾਰ ਵਧਣ ਫੁੱਲਣ, ਸਿੱਖਿਆ ਪ੍ਰਾਪਤ ਕਰਨ ਤੇ ਵਿਕਸਿਤ ਹੋਣ ਦੇ ਠੀਕ ਅਵਸਰ ਦੇਣਾ ਹੀ ਸਮਾਵੇਸ਼ੀ ਸਿੱਖਿਆ ਦਾ ਦੂਸਰਾ ਨਾਮ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਮਾਜ ਦੇ ਵਿੱਚ ਭਿੰਨਤਾਵਾਂ ਨੇ, ਜੋ ਭਿੰਨਤਾਵਾਂ ਨੂੰ ਸਾਹਮਣੇ ਰੱਖਦੇ ਹੋਏ ਵੀ ਅਸੀਂ ਉਹ ਬੱਚਿਆਂ ਨੂੰ ਮੇਨ ਸਟਰੀਮ ਦੇ ਵਿੱਚ ਲੈ ਕੇ ਆਉਂਦੇ ਆ, ਜਿਹੜੇ ਵੀ ਕਿਸੇ ਵੀ ਪੱਖੋਂ ਭਿੰਨਤਾਵਾਂ ਦਾ ਹਿੱਸਾ ਨੇ, ਚਾਹੇ ਉਹ ਬਾਰਡਰ ਏਰੀਏ ਦੇ ਬੱਚੇ ਨੇ, ਚਾਹੇ ਉਹ ਕਿਤੇ ਵੀ ਬੈਠੇ ਬੱਚੇ ਨੇ, ਡਿਸੇਬਲ ਬੱਚੇ ਨੇ, ਤਾਂ ਉਹਨਾਂ ਸਾਰਿਆਂ ਨੂੰ ਜਦੋਂ ਅਸੀਂ ਸਿੱਖਿਆ ਦਾ ਮੌਕਾ ਦਿੰਦੇ ਆ, ਉਹਨਾਂ ਨੂੰ ਸਮਾਯੋਜਨ ਕਰਨ ਦੇ ਵਿੱਚ ਸਿੱਖਿਆ ਦੇ ਨਾਲ ਸਹਾਇਤਾ ਕਰਦੇ ਆ, ਤਾਂ ਉਸ ਨੂੰ ਸਮਾਵੇਸ਼ੀ ਸਿੱਖਿਆ ਕਿਹਾ ਜਾਂਦਾ ਏ। ਸਮਾਵੇਸ਼ੀ ਸਿੱਖਿਆ ਕੇਵਲ ਵਿਕਲਾਂਗ ਵਿਅਕਤੀਆਂ ਲਈ ਹੀ ਨਹੀਂ, ਇਹ ਸੱਚ ਹੈ ਕਿ ਵਿਕਲਾਂਗ ਬੱਚੇ ਵਿਤਕਰੇ ਦਾ ਮੁੱਖ ਰੂਪ ਦੇ ਸ਼ਿਕਾਰ ਰਹੇ ਹਨ, ਪਰ ਇਹ ਬੱਚੇ ਸਿੱਖਿਆ ਦੇ ਵਿਤਕਰੇ ਨੂੰ ਮੁੱਖ ਰੂਪ ਵਿੱਚ ਸਪਸ਼ਟ ਕਰਦੇ। ਪਰ ਫਿਰ ਵੀ ਜਿਹੜੀ ਸਮਾਵੇਸ਼ੀ ਸਿੱਖਿਆ ਹੈ ਉਹ ਹੋਰ ਕਾਰਨਾਂ ਕਰਕੇ ਵੀ ਬਾਕੀ ਬੱਚੇ ਵੀ ਇਸ ਦੇ ਵਿੱਚ ਆਉਣਗੇ। ਤਾਂ 3 ਤੱਤਾਂ ਦੇ ਉੱਤੇ ਆਧਾਰਿਤ ਸਮਾਵੇਸ਼ੀ ਸਿੱਖਿਆ, ਜਿਹਦੇ ਕਰਕੇ ਜਿਹੜੇ ਬੱਚੇ ਇਹਦੇ ਵਿੱਚ ਆਉਂਦੇ ਨੇ, ਸੰਵਿਧਾਨ ਜਿਹੜਾ ਹੈ ਸਾਡਾ, ਉਹਦੇ ਵਿੱਚ ਸਿੱਖਿਆ ਦਾ ਅਧਿਕਾਰ, ਰਾਈਟ ਟੂ ਐਜੂਕੇਸ਼ਨ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਤਾਂ ਇਹਦੇ ਅਨੁਸਾਰ ਵੀ ਜਿਹੜੀ ਸਿੱਖਿਆ ਇੱਕ ਮੌਲਿਕ ਅਧਿਕਾਰ ਬਣ ਗਿਆ ਬੱਚਿਆਂ ਦਾ। ਹੁਣ ਕੋਈ ਵੀ ਜਨਜਾਤੀ, ਧਰਮ, ਲਿੰਗ, ਸਮਰੱਥਾ ਦੇ ਆਧਾਰ ਤੇ ਕਿਸੇ ਵੀ ਬਾਲਕ ਨੂੰ ਸਰਲ ਵਿੱਚ ਸਕੂਲ ਵਿੱਚ ਦਾਖਲਾ ਲੈਣ ਤੋਂ ਨਹੀਂ ਰੋਕਿਆ ਜਾ ਸਕਦਾ। ਕਿਰਿਆਤਮਕ ਰੂਪ ਵਿੱਚ ਤਾਂ ਇਹ ਸੰਭਵ ਹੋ ਸਕਦਾ ਹੈ ਕਿ ਜਦ ਸਕੂਲ ਹਕੀਕਤ ਵਿੱਚ ਜਾਤੀ, ਸੱਭਿਆਚਾਰ, ਸਮਾਜਿਕ, ਆਰਥਿਕ ਪੱਧਰ, ਲਿੰਗ, ਯੋਗਤਾ ਤੇ ਗਿਆਨ ਇੰਦਰੀਆਂ ਦੀ ਰੂਪਾਤਮਕਤਾ, ਵਿਵਹਾਰ ਆਦਿ ਦੀ ਭਿੰਨਤਾਵਾਂ ਨੂੰ ਧਿਆਨ ਵਿੱਚ ਨਾ ਰੱਖ ਕੇ ਸਾਰੇ ਬੱਚਿਆਂ ਨੂੰ ਇਕੱਠੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਵਿੱਚ ਵੀ ਇਹ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਬੇਦਖਲੀ ਤੇ ਵਿਤਕਰੇ ਦੀ ਨੀਤੀ ਨਾ ਤਾਂ ਵਿਕਲਾਂਗ ਬੱਚਿਆਂ ਦੇ ਲਈ ਅਤੇ ਨਾ ਹੀ ਸਧਾਰਨ ਬੱਚਿਆਂ ਦੇ ਲਈ ਉਪਯੋਗੀ ਹੈ। ਸਮਾਜਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਲੋੜ ਇਸ ਗੱਲ ਦੀ ਹੈ ਕਿ ਇਹਨਾਂ ਬਾਲਕਾਂ ਨੂੰ ਹੋਰ ਬਾਲਕਾਂ ਦੇ ਸਮਾਨ ਰੂਪ ਵਿੱਚ ਸਿੱਖਿਆ ਦਿੱਤੀ ਜਾਵੇ। ਬਾਕੀ ਗੱਲਾਂ ਬਾਅਦ ਵਿੱਚ ਕਹਿੰਦੇ। ਸਭ ਤੋਂ ਪਹਿਲਾਂ ਕਿ ਸਿੱਖਿਆ ਦੇ ਮੌਕੇ ਨੇ ਜਿਹੜੇ ਸਾਰਿਆਂ ਨੂੰ ਬਰਾਬਰ ਦਿੱਤੇ ਜਾਣ। ਫਿਰ ਨੰਬਰ 2 ਤੇ ਹੋਰ ਕੀ ਹੈ, ਸਿੱਖਿਆ ਦੀ ਪ੍ਰਕਿਰਿਆ, ਪ੍ਰੋਸੈਸ ਆਫ ਐਜੂਕੇਸ਼ਨ ਐਲੀਮੈਂਟ ਹੈ ਇਸ ਦਾ। ਸਭ ਦੇ ਲਈ ਗੁਣਾਤਮਕ ਸਿੱਖਿਆ, ਕੁਆਲਿਟੀ ਐਜੂਕੇਸ਼ਨ ਫਾਰ ਆਲ ਦੇ ਅਨੁਸਾਰ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਣ ਲੱਗਾ ਹੈ ਕਿ ਸਿੱਖਿਆ ਦਾ ਸੰਬੰਧ ਕੇਵਲ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਹੀ ਨਹੀਂ ਬਲਕਿ ਸਮਾਜ ਨਾਲ ਵੀ ਹੈ। ਗੁਣਾਤਮਕ ਸਿੱਖਿਆ ਤੋਂ ਭਾਵ
ਉੱਚ ਸਿੱਖਿਆ ਦੇਣਾ ਨਹੀਂ, ਬਲਕਿ ਇਸ ਦਾ ਸੰਬੰਧ ਮਾਨਸਿਕ ਤੇ ਸਰੀਰਕ ਸਿਹਤ, ਪੌਸ਼ਟਿਕਤਾ ਦਾ ਪੱਧਰ, ਸੰਵੇਗਾਤਮਕ ਪੱਧਰ ਤੇ ਸਮਰਥਨ, ਪਰਿਵਾਰਕ ਤੇ ਸਮਾਜਿਕ ਸੰਬੰਧ, ਵਪਾਰਕ ਉਮੀਦਾਂ ਤੇ ਸੰਭਾਵਨਾਵਾਂ ਪ੍ਰਾਪਤ ਕਰਨ ਤੋਂ ਵੀ ਹੈ। ਮੀਨਸ ਆਲ ਰਾਊਂਡ ਡਿਵੈਲਪਮੈਂਟ ਵਾਸਤੇ ਸਿੱਖਿਆ ਹੈ ਜਿਹੜੀ ਉਹ ਚਾਹੀਦੀ ਹੈ, ਨਾ ਕਿ ਸਿਰਫ ਜਿਹੜਾ ਸਿੱਖਿਆ ਦਾ ਸੰਬੰਧ ਆ ਨੌਕਰੀਆਂ ਨਾਲ। ਤਾਂ ਇਸ ਲਈ ਸਾਰੇ ਬੱਚਿਆਂ ਦਾ ਅਧਿਕਾਰ ਇਸ ਦੇ ਉੱਪਰ ਆ। ਫਿਰ ਤੀਜਾ ਹੈਗਾ ਸਿੱਖਿਆ ਵਿੱਚ ਵਿਕਾਸ। ਸਮਾਵੇਸ਼ੀ ਸਿੱਖਿਆ ਸਿੱਖਿਆ ਦੇ ਏਕੀਕਰਨ ਦੇ ਯਤਨਾਂ ਦਾ ਇੱਕ ਰੂਪ ਹੈ। ਸਮਾਵੇਸ਼ੀ ਸਿੱਖਿਆ ਨੂੰ ਸੰਵਿਧਾਨਕ ਕਾਨੂੰਨਾਂ ਦੇ ਨਿਰਮਾਣ ਅਤੇ ਨਿੱਕੇ ਮੋਟੇ ਯਤਨਾਂ ਦੇ ਸਿੱਟੇ ਵਜੋਂ ਤਾਂ ਪ੍ਰਾਪਤ ਕਰ ਲਿਆ ਗਿਆ ਹੈ, ਪਰੰਤੂ ਇਸ ਨੇ ਅਜੇ ਲੰਬਾ ਰਸਤਾ ਤੈਅ ਕਰਨਾ ਹੈ, ਕਿਉਂਕਿ ਵਰਤਮਾਨ ਸਮੇਂ ਇਸ ਦੀ ਗਤੀ ਬਹੁਤ ਹੌਲੀ ਹੈ। ਇਸ ਦੀ ਸਫਲਤਾ ਸਮਾਵੇਸ਼ੀ ਸਫਲਤਾ ਤੇ ਨਿਰਭਰ ਕਰਦੀ ਹੈ, ਜਿਸ ਨੇ ਆਪਣੀ ਸੰਵੇਦਨਸ਼ੀਲਤਾ, ਵਿਵਹਾਰ ਅਤੇ ਸਿੱਖਿਆ ਪ੍ਰਾਪਤੀਆਂ ਤੋਂ ਹਰੇਕ ਬਾਲਕ ਨੂੰ ਉਸਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਦੇ ਮੌਕੇ ਦੇਣੇ ਹੁੰਦੇ ਹਨ। ਤਾਂ ਇਸ ਤਰ੍ਹਾਂ ਨਾਲ ਜਿਹੜੀ ਸਮਾਵੇਸ਼ੀ ਸਿੱਖਿਆ ਉਸ ਨੂੰ ਕੋਆਪਰੇਟਿਵ ਲਰਨਿੰਗ ਵੀ ਬੋਲਦੇ ਹਾਂ ਅਸੀਂ, ਕਿ ਇਸ ਤਰ੍ਹਾਂ ਦਾ ਵਾਤਾਵਰਨ ਦੇਣਾ ਸਕੂਲ ਦੇ ਵਿੱਚ, ਸਿੱਖਿਆ ਦੇ ਵਿੱਚ, ਕਿ ਜਿਹੜੇ ਬੱਚੇ ਨੇ ਉਹ ਬੇਝਿਜਕ ਹੋ ਕੇ, ਨਿਡਰ ਹੋ ਕੇ ਸਿੱਖ ਸਕਣ। ਤਾਂ ਇੱਥੇ ਅਸੀਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਜਿਹੜੀ ਡੈਫੀਨੇਸ਼ਨ ਆ ਉਹ ਕਰਾਂਗੇ। ਸਮਾਵੇਸ਼ੀ ਸਿੱਖਿਆ ਦਾ ਅਰਥ ਹੈ ਕਿ ਸਾਰੇ ਸਿੱਖਣ ਵਾਲੇ, ਭਾਵੇਂ ਉਹ ਬਾਲਕ ਹੋਣ ਜਾਂ ਨੌਜਵਾਨ, ਭਾਵੇਂ ਵਿਕਲਾਂਗ ਹੋਣ ਜਾਂ ਨਹੀਂ, ਉਹ ਸਾਰੇ ਹੀ ਸਧਾਰਨ ਸਕੂਲਾਂ ਜਾਂ ਖਾਸ ਵਿਵਸਥਾ ਵਾਲੇ ਸਕੂਲਾਂ ਅਤੇ ਵਰਗੀਕ੍ਰਿਤ ਸਿੱਖਿਆ ਕੇਂਦਰਾਂ ਵਿੱਚ ਪੂਰੀਆਂ ਸਹਿਯੋਗੀ ਸੇਵਾਵਾਂ ਦੇ ਨਾਲ ਆਪਸ ਵਿੱਚ ਮਿਲ ਜੁਲ ਕੇ ਸਿੱਖਣ ਲਈ ਸਮਰੱਥ ਹਨ। ਅੱਗੇ ਉਹਨਾਂ ਨੇ ਸਪਸ਼ਟ ਕੀਤਾ, ਸਮਾਵੇਸ਼ੀ ਦਾ ਅਰਥ ਹੈ ਮੁੱਖ ਧਾਰਾ ਦੇ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਦੇ ਬੱਚਿਆਂ ਦਾ ਆਪਣੇ ਹੋਰ ਸਹਿਪਾਠੀਆਂ ਨਾਲ ਸਿੱਖਿਆ ਪ੍ਰਾਪਤ ਕਰਨਾ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਜਟਲ ਤੇ ਕਠਿਨ ਜ਼ਰੂਰ ਹੈ, ਪਰੰਤੂ ਅਸੰਭਵ ਨਹੀਂ। ਸੱਚ ਤਾਂ ਇਹ ਹੈ ਕਿ ਜਦੋਂ ਅਸੀਂ ਵਿਭਿੰਨਤਾਵਾਂ ਨਾਲ ਟੀਚੇ ਉੱਚੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਛਾ ਰੱਖਦੇ ਹਾਂ, ਤਾਂ ਸੁਭਾਵਿਕ ਹੈ ਕਿ ਕਿਰਿਆਸ਼ੀਲ ਪ੍ਰਣਾਲੀ ਵੀ ਗੁੰਝਲਦਾਰ ਹੋ ਜਾਂਦੀ ਹੈ। ਉਮੀਦ ਨਾਲੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਤਾਂ ਇਹ ਸੀਗੀ ਸਮਾਵੇਸ਼ੀ ਸਿੱਖਿਆ ਦਾ ਅਰਥ ਤੇ ਇਸ ਦੀ ਡੈਫੀਨੇਸ਼ਨ। ਅੱਗੇ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਅਸੀਂ। ਇਸੇ ਪੇਪਰ ਦੀ ਰਿਵੀਜ਼ਨ ਹੈ ਜਿਹੜੀ ਉਹ। ਓਕੇ, ਥੈਂਕਸ।